ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ, ਦੂਜਹਾਂ ਮਾਲਕ ਗੱਦੀ ਤੇ ਬਿਰਾਜਮਾਨ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ। ਮੁੱਖ ਵਾਕ ਦੇ ਅੱਖਰੀ ਵਿਚਾਰ। ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਸੂਹੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਵਨ ਅੰਗ 766 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰਚਿਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪਹਿਲਾ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਰਾਤਾ ਤੋਂ ਭਾਵ ਰੰਗਿਆ ਹੋਇਆ, ਰਤਿਆ ਹੋਇਆ। ਰਵੈ ਚੇਤੇ ਕਰਦਾ ਹੈ, ਸਿਮਰਦਾ ਹੈ ਮਨ, ਮਨ ਦੇ ਵਿੱਚ ਸੋਈ ਉਹੀ ਪ੍ਰਭੂ। ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪਰਮਾਤਮਾ ਦੇ ਗੁਣ ਚੇਤੇ ਕਰਦਾ ਹੈ, ਤਿਉਂ-ਤਿਉਂ ਮੇਰੇ ਮਨ ਦੇ ਵਿੱਚ ਉਹ ਪਰਮਾਤਮਾ ਪਿਆਰਾ ਲੱਗਦਾ ਹੈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਸਾਧ ਸੰਗਤ ਜੀ, ਪੌੜੀ ਸਾਚ ਕੀ ਤੋਂ ਭਾਵ ਸਦਾ ਥਿਰ ਪ੍ਰਭੂ ਤੱਕ ਅਪੜਾਉਣ ਵਾਲੀ ਪੌੜੀ, ਸਾਚਾ ਥਿਰ ਸਦਾ ਥਿਰ ਰਹਿਣ ਵਾਲਾ ਸੁਖ, ਆਤਮਕ ਆਨੰਦ, ਪਰਮਾਤਮਾ ਦੇ ਗੁਣ ਗਾਉਣੇ। ਮਾਨੋ ਇੱਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ, ਤੇ ਇਸ ਪੌੜੀ ਦੀ ਮਦਦ ਰਾਹੀਂ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇਸ ਪੌੜੀ ਤੇ ਚੜ੍ਹਨ ਦੀ ਬਰਕਤ ਦੇ ਨਾਲ ਮੇਰੇ ਮਨ ਦੇ ਅੰਦਰ ਸਦਾ ਥਿਰ ਪ੍ਰਭੂ ਵਾਲਾ ਤੇ ਸਦਾ ਥਿਰ ਰਹਿਣ ਵਾਲਾ ਆਨੰਦ ਬਣ ਜਾਂਦਾ ਹੈ। ਪਰਮਾਤਮਾ ਦੇ ਗੁਣ ਗਾਉਣੇ ਸਾਧ ਸੰਗਤ ਜੀ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਤੱਕ ਪਹੁੰਚਣ ਦੀ ਪੌੜੀ ਹੈ ਜੋ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦਿੱਤੀ ਹੈ। ਸੁਖ ਸਹਿਜ ਆਵੈ, ਸਾਚ ਭਾਵੈ, ਸਾਚ ਕੀ ਮਤ ਕਿਉਂ ਟਲੈ। ਜਿਹੜਾ ਮਨੁੱਖ ਇਸ ਪੌੜੀ ਦੀ ਬਰਕਤ ਨਾਲ ਆਤਮਿਕ ਆਨੰਦ ਵਿੱਚ, ਆਤਮਿਕ ਅਡੋਲਤਾ ਵਿੱਚ ਪਹੁੰਚਦਾ ਏ, ਉਹ ਸਦਾ ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮੱਤ ਅਟਲ ਹੋ ਜਾਂਦੀ ਹੈ। ਪਰਮਾਤਮਾ ਅਟਲ ਹੈ। ਇਸਨਾਨ ਦਾਨ ਸੋ ਗਿਆਨ ਮਜਨ, ਆਪ ਛਲਿਓ ਕਿਉਂ ਛਲੈ। ਇਸਨਾਨ ਦਾਨ ਸੋ ਗਿਆਨ ਮਜਨ, ਆਪ ਅਛਲਿਓ ਕਿਉਂ ਛਲੈ।
ਸੋ ਗਿਆਨ ਕਹਿੰਦੇ ਨੇ ਚੰਗਾ ਗਿਆਨ, ਗਿਆਨ ਦੀਆਂ ਗੱਲਾਂ ਕਰ ਸਕਣ ਦੀ ਚੰਗੀ ਸਮਰੱਥਾ, ਮਜਨ ਤੀਰਥ ਇਸਨਾਨ ਅਸਲਿਓ ਜਿਹੜਾ ਠੱਗਿਆ ਨਾ ਜਾ ਸਕੇ। ਜੇ ਗੁਰੂ ਦੇ ਗੁਣ ਗਾਵਣ ਵਾਲੀ ਮੱਤ ਨਹੀਂ ਬਣੀ ਤਾਂ ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ ਗਿਆਨਤਾ ਤੇ ਕੋਈ ਤੀਰਥ ਇਸ਼ਨਾਨ ਪ੍ਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦਾ। ਪਰ ਪੰਚ ਮੋਹ ਬੇਕਾਰ ਥਾਕੇ, ਕੂੜ ਕਪਟ ਨਾ ਦੋਈ। ਗੁਣ ਗਾਵਣ ਵਾਲੇ ਮਨੁੱਖ ਦੇ ਮਨ ਦੇ ਵਿੱਚੋਂ ਧੋਖੇ, ਫਰੇਬ, ਮੋਹ ਦੇ ਚਮਤਕਾਰੇ ਆਦਿਕ ਵਿਕਾਰ ਸਭ ਮੁੱਕ ਜਾਂਦੇ ਨੇ। ਉਸ ਦੇ ਅੰਦਰ ਨਾ ਝੂਠ ਰਹਿ ਜਾਂਦਾ ਹੈ, ਨਾ ਠੱਗੀ ਰਹਿ ਜਾਂਦੀ ਹੈ, ਤੇ ਨਾ ਮੇਰ ਤੇਰ ਰਹਿ ਜਾਂਦੀ ਹੈ। ਸਾਧ ਸੰਗਤ ਜੀ, ਇਤਨੀ ਤਾਕਤ ਹੈ ਭਜਨ ਬੰਦਗੀ ਸਿਫਤ ਸਲਾਹ ਪ੍ਰਮਾਤਮਾ ਦੀ ਵਿੱਚ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਜਿਉਂ-ਜਿਉਂ ਪ੍ਰਭੂ ਦੇ ਗੁਣ ਗਾਉਂਦਾ ਹੈ, ਤਿਉਂ-ਤਿਉਂ ਮੇਰੇ ਮਨ ਦੇ ਵਿੱਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ। ਸਾਹਿਬ ਸੋ ਸਾਲਾਹੀਐ ਜਿਨ ਕਾਰਨ ਕੀਆ। ਉਸ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਜਗਤ ਨੂੰ ਪੈਦਾ ਕੀਤਾ। ਮੈਲ ਲਾਗੀ ਮਨ ਮੈਲਿਆ, ਕਿਨੇ ਅੰਮ੍ਰਿਤ ਪੀਆ। ਮਨ ਮੈਲਿਆ, ਜੇ ਮਨ ਮੈਲਾ ਰਹੇ, ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਰਹੇ, ਕਿਨੇ ਕਿਰਸੇ ਵਿਰਲੇ ਨੇ। ਸਿਫਤ ਸਲਾਹ ਕਰਨ ਤੋਂ ਬਿਨਾਂ ਮਨੁੱਖ ਦੇ ਮਨ ਵਿੱਚ ਵਿਕਾਰਾਂ ਦੀ ਮੈਲ ਲੱਗੀ ਰਹਿੰਦੀ ਹੈ, ਤੇ ਜੇ ਮਨ ਵਿਕਾਰਾਂ ਨਾਲ ਮੈਲਾ ਰਹੇ ਤਾਂ ਕੋਈ ਵੀ ਨਾਮ ਅੰਮ੍ਰਿਤ ਪੀ ਨਹੀਂ ਸਕਦਾ। ਮਥ ਅੰਮ੍ਰਿਤ ਪੀਆ ਇਹੋ ਮਨ ਦੀਆ, ਗੁਰ ਪਹਿ ਮੋਲ ਕਰਾਇਆ। ਅੰਮ੍ਰਿਤ ਤੋਂ ਭਾਵ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਮਨ ਦੀਆ, ਮਨ ਗੁਰੂ ਨੂੰ ਦੇ ਦਿੱਤਾ ਮੋਲ ਕੀਮਤ। ਪਰ ਇਸ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਮੁੱਲ ਦੇਣਾ ਪੈਂਦਾ ਹੈ। ਮੈਂ ਗੁਰੂ ਪਾਸੋਂ ਮੁੱਲ ਪਵਾਇਆ ਤਾਂ ਉਸਨੇ ਦੱਸਿਆ ਕਿ ਜਿਸ ਨੇ ਆਪਣਾ ਇਹ ਮਨ ਗੁਰੂ ਦੇ ਹਵਾਲੇ ਕੀਤਾ, ਉਸਨੇ ਮੁੜ ਮੁੜ ਸਿਮਰ ਕੇ ਨਾਮ ਅੰਮ੍ਰਿਤ ਪੀ ਲਿਆ। ਆਪਨੜਾ ਪ੍ਰਭ ਸਹਿਜ ਪਛਾਤਾ, ਜਾ ਮਨ ਸਾਚੇ ਲਾਇਆ। ਸਹਿਜ ਕਹਿੰਦੇ ਨੇ ਆਤਮਿਕ ਅਡੋਲਤਾ ਦੇ ਵਿੱਚ, ਸਾਚੇ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਵਿੱਚ ਗੁਰੂ ਦੇ ਦੱਸੇ ਜਾ ਰਹੇ ਮਾਰਗ ਤੇ ਤੁਰ ਕੇ ਜਦੋਂ ਕਿਸੇ ਮਨੁੱਖ ਨੇ ਆਪਣਾ ਮਨ ਮੈਲੇ ਪਾਸੇ ਵੱਲੋਂ ਹਟਾ ਕੇ ਸਦਾ ਸਥਿਰ ਪ੍ਰਭੂ ਵਿੱਚ ਜੋੜਿਆ ਤਾਂ ਉਸਨੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਆਪਣੇ ਪ੍ਰੀਤਮ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ। ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ, ਕਿਉਂ ਮਿਲੈ ਹੋਏ ਪਰਾਇਆ। ਮੈਂ ਤਦੋਂ ਤੋਂ ਹੀ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਭੂ ਦੇ ਗੁਣ ਗਾ ਸਕਦਾ ਹਾਂ ਜੇ ਪ੍ਰਭੂ ਦੀ ਰਜ਼ਾ ਹੋਵੇ, ਜੇ ਉਸ ਨੂੰ ਚੰਗਾ ਲੱਗ ਪਾਵਾਂ। ਪ੍ਰਭੂ ਤੋਂ ਉੱਪਰੇ ਰਹਾਂ, ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ। ਸਾਹਿਬ ਸੋ ਸਾਲਾਹੀਐ ਜਿਨ ਜਗਤਿ ਉਪਾਇਆ। ਸੋ ਹੈ ਭਾਈ, ਉਸ ਮਾਲਕ ਪ੍ਰਭੂ ਦੀ ਸਦਾ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ। ਆਏ ਗਿਆ ਕੀ ਨਾ ਆਇਓ, ਕਿਉਂ ਆਵੈ ਜਾਤਾ। ਆਏ ਗਿਆ ਕੀ ਨਾ ਆਇਓ, ਕਿਉਂ ਆਵੇ ਜਾਤਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆ ਵਸਿਆ ਹੈ, ਕੀ ਨਾ ਆਇਓ, ਉਸ ਦੇ ਪਾਸ ਹੋਰ ਕੀ ਕੁਝ ਨਾ ਆਇਆ, ਉਸ ਨੂੰ ਹੋਰ ਕੀ ਨਾ ਮਿਲਿਆ। ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਆ ਵਸੇ, ਉਸ ਨੂੰ ਹੋਰ ਕਿਸੇ ਪਦਾਰਥ ਦੀ ਲਾਲਸਾ ਨਹੀਂ ਰਹਿੰਦੀ। ਉਸ ਦਾ ਜਨਮ ਮਰਨ ਸਾਧ ਸੰਗਤ ਜੀ ਮੁੱਕ ਜਾਂਦਾ ਹੈ। ਪ੍ਰੀਤਮ ਸਿਉ ਮਨ ਮਾਨਿਆ, ਹਰ ਸੇਤੀ ਰਾਤਾ। ਸੇਤੀ ਕਹਿੰਦੇ ਨੇ ਨਾਲ ਰਾਤਾ ਰੰਗਿਆ ਹੋਇਆ। ਪ੍ਰੀਤਮ ਸਿਉ ਮਨ ਮਾਨਿਆ, ਉਸ ਦਾ ਮਨ ਪ੍ਰੀਤਮ ਪ੍ਰਭੂ ਦੇ ਨਾਲ ਗਿੱਝ ਜਾਂਦਾ ਹੈ। ਹਰ ਸੇਤੀ ਰਾਤਾ, ਤੇ ਪ੍ਰਭੂ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ। ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਉਤਾਰਿਆ। ਸਾਹਿਬ ਰੰਗ ਰਾਤਾ ਸੱਚ ਕੀ ਬਾਤਾ, ਜਿਨ ਬਿੰਬ ਕਾ ਕੋਟ ਉਸਾਰਿਆ। ਉਸ ਦਾ ਮਨ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਉਹ ਉਸ ਸਦਾ ਸਥਿਰ ਮਾਲਕ ਦੀ ਸਿਫਤ ਸਲਾਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਜਿਸ ਨੇ ਪਾਣੀ ਦੀ ਬੂੰਦ ਤੋਂ ਸਰੀਰ ਕਿਲਾ ਉਸਾਰ ਦਿੱਤਾ। ਪੰਚ ਭੂ ਨਾਇਕੋ ਆਪ ਸਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ। ਜੋ ਪੰਜ ਤੱਤਾਂ ਦਾ ਮਾਲਕ ਹੈ, ਜੋ ਆਪ ਹੀ ਸਰੀਰ ਜਗਤ ਪੈਦਾ ਕਰਨ ਵਾਲਾ ਹੈ, ਜਿਸ ਨੇ ਆਪਣੇ ਰਹਿਣ ਦੇ ਲਈ ਮਨੁੱਖ ਦਾ ਸਰੀਰ ਸਜਾਇਆ ਹੈ। ਹਮ ਅਵਗਣਿਆਰੇ ਤੂੰ ਸੁਣ ਪਿਆਰੇ, ਤੁਧ ਭਾਵੈ ਸਚ ਸੋਈ। ਹੇ ਪਿਆਰੇ ਪ੍ਰਭੂ, ਤੂੰ ਮੇਰੀ ਬੇਨਤੀ ਸੁਣ। ਅਸੀਂ ਜੀਵ ਔਗਣਾਂ ਦੇ ਨਾਲ ਭਰੇ ਹੋਏ ਹਾਂ। ਤੂੰ ਆਪ ਹੀ ਆਪਣੀ ਸਿਫਤ ਸਲਾਹ ਦੀ ਦਾਤ ਦੇ ਕੇ ਸਾਨੂੰ ਪਵਿੱਤਰ ਕਰਨ ਵਾਲਾ ਹੈ।
ਜਿਹੜਾ ਜੀਵ ਤੇਰੀ ਮਿਹਰ ਨਾਲ ਤੈਨੂੰ ਪਸੰਦ ਆ ਜਾਂਦਾ ਹੈ ਉਹ ਤੇਰਾ ਰੂਪ ਹੋ ਜਾਂਦਾ ਹੈ। ਆਵਣ ਜਾਣਾ ਨਾਥੀ ਐ ਸਾਚੀ ਮਤ ਹੋਈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਏ, ਉਸ ਦੀ ਮਤ ਭੁੱਲ ਹੋ ਜਾਂਦੀ ਹੈ। ਅੰਜਣ ਐਸਾ ਅੰਜੀਐ ਜੈਸਾ ਪਿਰ ਭਾਵੈ, ਇਸਤਰੀ ਨੂੰ ਉਹੋ ਜਿਹਾ ਸੁਰਮਾ ਪਾਉਣਾ ਚਾਹੀਦਾ ਹੈ ਜਿਹੋ ਜਿਹਾ ਉਸਦੇ ਪਤੀ ਨੂੰ ਚੰਗਾ ਲੱਗੇ। ਜੀਵ ਇਸਤਰੀ ਨੂੰ ਪ੍ਰਭੂ ਪਤੀ ਦੇ ਮਿਲਾਪ ਵਾਸਤੇ ਉਹੋ ਜਿਹਾ ਉਦਮ ਕਰਨਾ ਚਾਹੀਦਾ ਹੈ ਜਿਹੜਾ ਪ੍ਰਭੂ ਪਤੀ ਨੂੰ ਪਸੰਦ ਆਵੇ। ਸਮਝੈ ਸੂਝੈ ਜਾਣੀਐ ਜੇ ਆਪ ਜਨਾਵੇ, ਪਰ ਜੀਵ ਦੇ ਕੀ ਵਸ ਹੈ। ਜਦੋਂ ਪ੍ਰਮਾਤਮਾ ਆਪ ਸਮਝ ਬਖਸ਼ੇ ਤਦੋਂ ਹੀ ਜੀਵ ਸਹੀ ਰਸਤਾ ਸਮਝ ਸਕਦਾ ਹੈ, ਤਦੋਂ ਹੀ ਜੀਵ ਨੂੰ ਸੂਝ ਆ ਸਕਦੀ ਹੈ, ਤਦੋਂ ਹੀ ਕੁਛ ਜਾਣਿਆ ਜਾ ਸਕਦਾ ਹੈ। ਆਪ ਜਨਾਵੈ ਮਾਰਗ ਪਾਵੈ ਆਪੇ ਮਨਵਾ ਲੇਵੈ, ਮਾਰਗ ਕਹਿੰਦੇ ਨੇ ਸਹੀ ਰਸਤੇ ਦੇ ਉੱਤੇ ਲੇਵੇ ਲੈਂਦਾ ਹੈ, ਆਪਣੇ ਵਸ ਕਰ ਲੈਂਦਾ ਹੈ। ਪ੍ਰਮਾਤਮਾ ਆਪ ਹੀ ਸਮਝ ਦਿੰਦਾ ਹੈ, ਆਪ ਹੀ ਸਹੀ ਰਸਤੇ ਉੱਤੇ ਪਾਉਂਦਾ ਹੈ ਤੇ ਆਪ ਹੀ ਜੀਵਾਂ ਦੇ ਮਨ ਨੂੰ ਆਪਣੇ ਵੱਲ ਪ੍ਰੇਰਦਾ ਹੈ। ਕਰਮ ਸੋ ਕਰਮ ਕਰਾਏ ਆਪੇ, ਕੀਮਤ ਕੌਣ ਆਪੇ ਵੈ, ਸਧਾਰਨ ਕੰਮ ਤੇ ਚੰਗੇ ਕੰਮ ਪ੍ਰਮਾਤਮਾ ਆਪ ਹੀ ਜੀਵਾਂ ਪਾਸੋਂ ਕਰਾਉਂਦਾ ਹੈ, ਪਰ ਉਸ ਪ੍ਰਭੂ ਦਾ ਭੇਤ ਨਹੀਂ ਪਾਇਆ ਜਾ ਸਕਦਾ, ਕੋਈ ਉਸ ਦੀ ਕੀਮਤ ਨਹੀਂ ਜਾਣ ਸਕਦਾ। ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੇ ਮਨ ਮਾਨਿਆ। ਤੰਤ ਕਹਿੰਦੇ ਨੇ ਟੂਣਾ ਨਾ ਜਾਣਾ, ਮੈਂ ਨਹੀਂ ਜਾਣਦਾ ਪਰਮਾਤਮਾ ਦਾ ਪਿਆਰ ਕਰਨ ਲਈ ਮੈਂ ਕੋਈ ਜਾਦੂ ਟੂਣਾ ਕੋਈ ਮੰਤਰ ਆਦਿਕ ਪਖੰਡ ਕਰਨਾ ਨਹੀਂ ਜਾਣਦਾ ਈ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਦੇ ਵਿੱਚ ਗਿੱਝ ਗਿਆ ਹੈ। ਅੰਜਣ ਨਾਮ ਤਿਸੇ ਤੇ ਸੂਝੈ, ਗੁਰ ਸ਼ਬਦੀ ਸੱਚ ਜਾਣਿਆ। ਤਿਸੇ ਤੇ ਉਸ ਪਰਮਾਤਮਾ ਤੋਂ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ ਸੁਰਮਾ ਹੈ। ਇਸ ਸੁਰਮੇ ਦੀ ਸੂਝ ਵੀ ਉਸ ਪਾਸੋਂ ਮਿਲਦੀ ਹੈ। ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ ਥਿਰ ਪ੍ਰਭੂ ਦੇ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਸਾਜਨ ਹੋਵੈ ਆਪਣੇ ਕਿਉਂ ਘਰ ਪਰ ਕਰ ਜਾਹੀ। ਸੱਜਣ ਪ੍ਰਭੂ ਜੀ ਜਿਨ੍ਹਾਂ ਸੁਭਾਗ ਬੰਦਿਆਂ ਦੇ ਬਣ ਜਾਂਦੇ ਹਨ, ਉਹ ਬੰਦੇ ਪਰਾਏ ਘਰਾਂ ਵਿੱਚ ਨਹੀਂ ਜਾਂਦੇ, ਭਾਵ ਪ੍ਰਭੂ ਦਾ ਸਿਮਰਨ ਛੱਡ ਕੇ ਹੋਰ ਅਖੌਤੀ ਧਰਮ ਕਰਮ ਨਹੀਂ ਕਰਦੇ ਫਿਰਦੇ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਉਹ ਆਦਮੀ ਅੰਤਰ ਆਤਮੇ ਤੋਂ ਸਦਾ ਥਿਰ ਸੱਜਣ ਪ੍ਰਭੂ ਦੇ ਨਾਲ ਰਤੇ ਰਹਿੰਦੇ ਹਨ। ਮਨ ਮਾਹੇ ਸਾਜਨ ਕਰਹਿ ਰਲੀਆਂ, ਕਰਮ ਧਰਮ ਸਬਾਇਆ। 68 ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ। ਮਨ ਮਾਹੇ ਸਾਜਨ ਕਰਹਿ ਰਲੀਆਂ, ਕਰਮ ਧਰਮ ਸਬਾਇਆ। 68 ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ। ਸਾਜਨ ਕਹਿੰਦੇ ਨੇ ਪ੍ਰਭੂ ਜੀ ਨੂੰ ਰਲੀਆਂ ਆਨੰਦ ਸਬਾਇਆ, ਸਾਰਾ ਕਰਮ ਧਰਮ ਧਾਰਮਿਕ ਕੰਮ, ਨਾਮ ਸਾਚਾ ਸਦਾ ਥਿਰ ਪ੍ਰਭੂ ਦਾ ਨਾਮ ਪਾਇਆ ਪਿਆਰਾ ਲੱਗਦਾ ਹੈ। ਉਹ ਆਪਣੇ ਮਨ ਵਿੱਚ ਸੱਜਣ ਪ੍ਰਭੂ ਜੀ ਦੇ ਮਿਲਾਪ ਦਾ ਆਨੰਦ ਹੀ ਮਾਣਦੇ ਹਨ। ਇਹੀ ਉਹਨਾਂ ਵਾਸਤੇ ਸਾਰੇ ਧਾਰਮਿਕ ਕੰਮ ਹਨ। ਉਹਨਾਂ ਨੂੰ ਸਦਾ ਥਿਰ ਪ੍ਰਭੂ ਦਾ ਨਾਮ ਪਿਆਰਾ ਲੱਗਦਾ ਹੈ। ਇਹੀ ਉਹਨਾਂ ਵਾਸਤੇ 68 ਤੀਰਥਾਂ ਦਾ ਇਸ਼ਨਾਨ ਹੈ। ਇਹੀ ਉਹਨਾਂ ਵਾਸਤੇ ਪੁੰਨ ਦਾਨ ਹੈ ਤੇ ਇਹੀ ਉਹਨਾਂ ਦੀ ਦੇਵ ਪੂਜਾ ਹੈ। ਆਪ ਸਾਜੇ ਥਾਪ ਵੇਖਿਆ ਤਿਸੇ ਭਾਣਾ ਭਾਇਆ। ਤਿਸੇ ਭਾਣਾ ਉਸ ਪ੍ਰਭੂ ਦਾ ਹੀ ਭਾਣਾ ਉਹਨਾਂ ਬੰਦਿਆਂ ਨੂੰ ਉਸੇ ਪ੍ਰਭੂ ਦੀ ਰਜ਼ਾ ਮਿੱਠੀ ਲੱਗਦੀ ਹੈ ਜੋ ਜਗਤ ਨੂੰ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਸੰਭਾਲ ਕਰਦਾ ਹੈ। ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ। ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ। ਸਾਜਨ ਰੰਗ ਤੋਂ ਭਾਵ ਸੱਜਣ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਉਹਨਾਂ ਬੰਦਿਆਂ ਨੇ ਆਪਣੇ ਅੰਦਰ ਪ੍ਰਭੂ ਪ੍ਰੇਮ ਦਾ ਲਾਲ ਰੰਗ ਬਣਾ ਰੱਖਿਆ ਹੈ। ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੈ। ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੈ। ਅੰਧਾ ਕਹਿੰਦੇ ਨੇ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ। ਥੀਏ ਬਣ ਜਾਏ ਪਾਦਰ ਸਿੱਧਾ ਰਸਤਾ। ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ, ਤਾਂ ਉਹ ਜੀਵਨ ਸਫਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ। ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਜਿਹੜਾ ਮਨੁੱਖ ਖੁਦ ਅੰਨਾ ਹੈ, ਜਿਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ। ਆਪਾਂ ਦੁਨਿਆਵੀ ਤੌਰ 'ਤੇ ਐਗਜ਼ਾਮਪਲ ਲੈ ਲੈਂਦੇ ਹਾਂ। ਕਈ ਸਾਡੇ ਵੀਰ ਨੇ ਜਿਨ੍ਹਾਂ ਦੇ ਰੌਸ਼ਨੀ ਨਹੀਂ ਹੈ ਅੱਖਾਂ ਦੀ,
ਸੋ ਜੇਕਰ ਆਪਾਂ ਉਹਨਾਂ ਨੂੰ ਕਹੀਏ ਕਿ ਭਾਈ ਤੂੰ ਅੱਗੇ ਲੱਗ ਜਾ, ਆਗੂ ਬਣ ਜਾ ਸਾਡਾ, ਤੇ ਅਸੀਂ ਤੇਰੇ ਮਗਰ ਚੱਲਾਂਗੇ, ਤਾਂ ਉਹ ਫਿਰ ਸਾਧ ਸੰਗਤ ਜੀ ਭਲੀ ਭਾਂਤ ਜਾਣੂ ਉਹ ਸੰਸਾਰੀ ਤੌਰ ਤੇ, ਦੁਨਿਆਵੀ ਤੌਰ ਤੇ ਉਹ ਮਨੁੱਖ ਕੀ ਕਰਨਗੇ। ਇਸੇ ਤਰ੍ਹਾਂ ਹੀ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੰਕਤੀ 'ਚ ਬਖਸ਼ਿਸ਼ ਕਰ ਰਹੇ ਨੇ, ਅੰਧਾ ਆਗੂ ਜੇ ਥੀਏ ਕਿਉਂ ਪਾਦਰ ਜਾਣੇ। ਜੇ ਕਿਸੇ ਮਨੁੱਖ ਦਾ ਆਗੂ ਉਹ ਮਨੁੱਖ ਬਣ ਜਾਏ ਜੋ ਆਪ ਹੀ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ, ਜੋ ਆਪ ਹੀ ਗਲਤਾਨ ਹੋਇਆ ਪਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਮਾਦਿਕ ਵਿਕਾਰਾਂ ਦੇ ਵਿੱਚ, ਤਾਂ ਉਹ ਜੀਵਨ ਸਫਰ ਦਾ ਸਿੱਧਾ ਰਸਤਾ ਨਹੀਂ ਸਮਝ ਸਕਦਾ। ਆਪ ਮੁਸੇ ਮਤ ਹੋਛੀਏ ਕਿਉਂ ਰਾਹ ਪਛਾਣੇ, ਮੁਸੇ ਤੋਂ ਪਾਵ ਠੱਗਿਆ ਜਾ ਰਿਹਾ, ਲੁੱਟਿਆ ਜਾ ਰਿਹਾ। ਮਤ ਹੋਛੀਏ ਅਕਲ ਦੇ ਕਾਰਨ, ਹੋਸ਼ੀ ਅਕਲ ਦੇ ਕਾਰਨ, ਕਿਉਂਕਿ ਉਹ ਆਗੂ ਆਪ ਹੀ ਹੋਸ਼ੀ ਅਕਲ ਦੇ ਕਾਰਨ ਕਮਾਦਿਕ ਵਿਕਾਰਾਂ ਹੱਥੋਂ ਲੁੱਟਿਆ ਜਾ ਰਿਹਾ। ਉਸ ਦੀ ਅਗਵਾਈ ਵਿੱਚ ਤੁਰਨ ਵਾਲਾ ਵੀ ਕਿਵੇਂ ਰਾਹ ਲੱਭ ਸਕਦਾ ਹੈ। ਕਿਉਂ ਰਾਹ ਜਾਵੇ ਮਹਲ ਪਾਵੇ, ਅੰਧ ਕੀ ਮਤ ਅੰਧੋਲੀ। ਰਾਹ ਰਸਤੇ ਦੇ ਉੱਤੇ, ਸਹੀ ਰਸਤੇ ਦੇ ਉੱਤੇ ਮਹਿਲ ਪਰਮਾਤਮਾ ਦਾ ਟਿਕਾਣਾ। ਅੰਧਲੀ ਤੋਂ ਭਾਵ ਅੰਨੀ, ਅੰਧ ਅੰਨਾ ਮਨੁੱਖ, ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਦੀ ਆਪਣੀ ਹੀ ਅਕਲ ਡੌਰੀ ਪੌਰੀ ਹੋਈ ਰਹਿੰਦੀ ਹੈ। ਉਹ ਆਪ ਹੀ ਸਹੀ ਰਸਤੇ ਉੱਤੇ ਤੁਰ ਨਹੀਂ ਸਕਦਾ ਤੇ ਪਰਮਾਤਮਾ ਦਾ ਦਰ ਲੱਭ ਨਹੀਂ ਸਕਦਾ। ਵਿਨ ਨਾਮ ਹਰ ਕੇ ਕਛੂ ਨਾ ਸੂਝੈ, ਅੰਧ ਬੂੰਦੋ ਢੰਡਲੀ। ਵਿਣ ਨਾਮ ਹਰ ਕੇ ਕਛ ਨਾ ਸੂਝੈ, ਅੰਧ ਬੂੰਦੋ ਢੰਡਲੀ। ਧੰਦਲੀ ਤੋਂ ਭਾਵ ਮਾਇਆ ਦੀ ਦੌੜ ਭੱਜ ਦੇ ਵਿੱਚ ਪਰਮਾਤਮਾ ਦੇ ਨਾਮ ਤੋਂ ਵਾਂਝੇ ਹੋਣ ਕਰਕੇ ਉਸ ਨੂੰ ਸਹੀ ਜੀਵਨ ਬਾਰੇ ਕੁਝ ਨਹੀਂ ਸੁੱਝਦਾ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਮਾਇਆ ਦੀ ਦੌੜ ਭੱਜ ਵਿੱਚ ਡੁੱਬਾ ਰਹਿੰਦਾ ਹੈ। ਦਿਨ ਰਾਤ ਚਾਨਣ ਚਾਉ ਉਪਜੈ, ਸ਼ਬਦ ਗੁਰ ਕਾ ਮਨ ਵਸੇ। ਪਰ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸਦਾ ਏ, ਉਸ ਦੇ ਹਿਰਦੇ ਵਿੱਚ ਦਿਨ ਰਾਤ ਨਾਮ ਦਾ ਚਾਨਣ ਹੋਇਆ ਰਹਿੰਦਾ ਏ, ਉਸ ਦੇ ਅੰਦਰ ਸੇਵਾ ਸਿਮਰਨ ਦਾ ਉਤਸ਼ਾਹ ਪੈਦਾ ਹੋਇਆ ਰਹਿੰਦਾ ਹੈ। ਕਰ ਜੋੜ ਗੁਰ ਪਹਿ ਕਰ ਬੇਨੰਤੀ, ਰਾਹ ਪਾਦਰ ਗੁਰ ਦਸੈ। ਆਓ ਆਪਣੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦਾ ਰਹਿੰਦਾ ਹੈ, ਕਿਉਂਕਿ ਗੁਰੂ ਉਸ ਨੂੰ ਜੀਵਨ ਦਾ ਸਿੱਧਾ ਰਸਤਾ ਦੱਸਦਾ ਹੈ। ਮਨ ਪਰਦੇਸੀ ਜੇਤੀਏ ਸਭ ਦੇਸ ਪਰਾਇਆ। ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ਤੋਂ ਵਿਛੜਿਆ ਰਹੇ ਤਾਂ ਉਸ ਨੂੰ ਸਾਰਾ ਜਗਤ ਬੇਗਾਨਾ ਜਾਪਦਾ ਹੈ, ਭਾਵ ਉਸ ਦੇ ਅੰਦਰ ਵਿਤਕਰਾ ਬਣਿਆ ਰਹਿੰਦਾ ਹੈ। ਕਿਸ ਪਹਿ ਖੋਲੋ ਗੰਠੜੀ, ਦੁਖੀ ਪਰ ਆਇਆ। ਪ੍ਰਭੂ ਚਰਨਾਂ ਤੋਂ ਵਿਛੜ ਕੇ ਸਾਰਾ ਜਗਤ ਭਰਾਵ ਹਰੇਕ ਜੀਵ ਦੁੱਖਾਂ ਦੇ ਨਾਲ ਨਕਾ ਨਕ ਭਰਿਆ ਰਹਿੰਦਾ ਏ। ਉਹਨਾਂ ਨੂੰ ਮੈਨੂੰ ਕੋਈ ਐਸਾ ਨਹੀਂ ਦਿਸਦਾ ਜੋ ਨਾਮ ਤੋਂ ਵਾਂਝਿਆ ਰਹਿ ਕੇ ਸੁਖੀ ਦਿਸਦਾ ਹੋਵੇ, ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੰਢ ਖੋਲ ਸਕਾਂ। ਹਰੇਕ ਨੂੰ ਆਪੋ ਆਪਣੀ ਪਈ ਰਹਿੰਦੀ ਹੈ। ਦੁਖੀ ਪਰ ਆਇਆ ਜਗਤ ਸਬਾਇਆ, ਕੌਣ ਜਾਣੇ ਬਿਦ ਮੇਰੀਆ। ਪ੍ਰਭੂ ਚਰਨਾਂ ਤੋਂ ਵਿਛੜਿਆ ਹੋਇਆ ਸਾਰਾ ਹੀ ਜਗਤ, ਹਰੇਕ ਜੀਵ ਦੁੱਖਾਂ ਨਾਲ ਭਰਿਆ ਰਹਿੰਦਾ ਏ। ਹਰੇਕ ਦੇ ਅੰਦਰ ਇਤਨਾ ਸਵਾਰਥ ਹੁੰਦਾ ਏ ਕਿ ਕੋਈ ਕਿਸੇ ਦਾ ਦਰਦੀ ਨਹੀਂ ਬਣਦਾ। ਮੇਰੀ ਦੁਖੀ ਦਸ਼ਾ ਨੂੰ ਜਾਣਨ ਦੀ ਕੋਈ ਪਰਵਾਹ ਨਹੀਂ ਕਰਦਾ। ਆਵਨੇ ਜਾਵਨੇ ਖਰੇ ਡਰਾਵਨੇ, ਟੂਟ ਨਾ ਆਵੇ ਫੇਰੀਆਂ। ਨਾਮ ਤੋਂ ਖੁੰਝੇ ਹੋਏ ਜੀਵਾਂ ਦੇ ਸਿਰ ਉੱਤੇ ਬਹੁਤ ਭਿਆਨਕ ਜਮਾਂ ਦੀ ਮਾਰ, ਜਨਮ ਮਰਨ ਦੇ ਗੇੜ ਬਣੇ ਰਹਿੰਦੇ ਨੇ। ਉਹਨਾਂ ਦੀਆਂ ਜਨਮ ਮਰਨ ਦੀਆਂ ਜਗਤ ਫੇਰੀਆਂ ਮੁੱਕਦੀਆਂ ਨਹੀਂ। ਨਾਮ ਵੀ ਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸਮਾਇਆ। ਜਿਨ੍ਹਾਂ ਭਾਗਹੀਣ ਬੰਦਿਆਂ ਨੂੰ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਨਹੀਂ ਸੁਣਾਇਆ, ਜੋ ਨਾਮ ਤੋਂ ਸਖਣੇ ਰਹੇ ਹਨ, ਉਹੀ ਦੁਖੀ ਜੀਵਨ ਬਤਾਉਂਦੇ ਹਨ। ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ, ਕਿਉਂਕਿ ਜੇ ਮਨੁੱਖ ਦਾ ਮਨ ਪ੍ਰਭੂ ਚਰਨਾਂ ਤੋਂ ਵਿਛੜਾ ਰਹੇ ਤਾਂ ਉਸ ਨੂੰ ਸਾਰਾ ਜਗਤ ਬੇਗਾਨਾ ਜਾਪਦਾ ਹੈ। ਉਸ ਦੇ ਅੰਦਰ ਮੇਰ ਤੇਰ ਬਣੀ ਰਹਿੰਦੀ ਹੈ। ਗੁਰ ਮਹਿਲੀ ਘਰ ਆਪਣ, ਸੋ ਭਰਪੁਰ ਲੀਨਾ। ਮਹਿਲ ਕਹਿੰਦੇ ਨੇ ਟਿਕਾਣੇ ਨੂੰ, ਮਹਿਲੀ ਟਿਕਾਣੇ ਵਾਲਾ, ਉੱਚ ਟਿਕਾਣੇ ਵਾਲਾ ਮਾਲਕ ਪ੍ਰਭੂ। ਘਰ ਆਪਣ, ਜਿਸ ਮਨੁੱਖ ਦੇ ਹਿਰਦੇ ਘਰ ਦੇ ਵਿੱਚ ਉੱਚ ਟਿਕਾਣੇ ਦਾ ਮਾਲਕ ਪ੍ਰਭੂ ਆ ਕੇ ਵਸਦਾ ਹੈ, ਉਹ ਮਨੁੱਖ ਉਸ ਸਰਬ ਵਿਆਪਕ ਪ੍ਰਭੂ ਦੀ ਯਾਦ ਵਿੱਚ ਮਸਤ ਰਹਿੰਦਾ ਹੈ। ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਨਾ। ਉਹ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਦੀ ਸੇਵਾ ਭਗਤੀ ਕਰਦਾ ਹੈ, ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ
ਉਸ ਦਾ ਮਨ ਮਗਨ ਰਹਿੰਦਾ ਹੈ। ਸ਼ਬਦ ਪਤੀਜੈ ਅੰਕ ਭੀਜੇ, ਸੋ ਮਹਿਲ ਮਹਿਲਾ ਅੰਤਰੇ। ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਗਿੱਝ ਜਾਂਦਾ ਏ, ਉਸ ਦਾ ਹਿਰਦਾ ਨਾਮ ਰਸ ਨਾਲ ਭਿੱਜਿਆ ਰਹਿੰਦਾ ਏ। ਉਸ ਨੂੰ ਹਰੇਕ ਸਰੀਰ ਦੇ ਅੰਦਰ ਪ੍ਰਭੂ ਦਾ ਨਿਵਾਸ ਦਿਸਦਾ ਹੈ। ਆਪ ਕਰਤਾ ਕਰੇ ਸੋਈ ਪ੍ਰਭ, ਆਪ ਅੰਤ ਨਿਰੰਤਰੇ। ਉਸ ਨੂੰ ਯਕੀਨ ਬਣਿਆ ਰਹਿੰਦਾ ਹੈ ਕਿ ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਹਰੇਕ ਦੇ ਅੰਦਰ ਇੱਕ ਰਸ ਵਿਆਪਕ ਹੈ। ਗੁਰ ਸ਼ਬਦੀ ਮੇਲਾ ਤਾਂ ਸੁਹੇਲਾ, ਬਾ ਜੰਤ ਅਨਹਦ ਬੀਨਾ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਦੋਂ ਉਸ ਮਨੁੱਖ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਤਦੋਂ ਉਸ ਦਾ ਜੀਵਨ ਸੌਖਾ ਹੋ ਜਾਂਦਾ ਹੈ। ਉਸ ਦੇ ਅੰਦਰ ਮਨ ਨੂੰ ਇੱਕ ਰਸ ਬੰਸਰੀ ਵੱਜਦੀ ਰਹਿੰਦੀ ਹੈ। ਗੁਰ ਮਹਿਲੀ ਕਰ ਆਪਣੇ, ਸੋ ਭਰਪੁਰ ਲੀਨਾ। ਉੱਚ ਟਿਕਾਣੇ ਦਾ ਮਾਲਕ ਪ੍ਰਭੂ ਜਿਸ ਮਨੁੱਖ ਦੇ ਆਪਣੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਉਹ ਮਨੁੱਖ ਉਸ ਸਰਬ ਵਿਆਪਕ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ। ਕੀਤਾ ਕਿਆ ਸਾਲਾਹੀਏ, ਕਰ ਵੇਖੈ ਸੋਈ। ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਦੀਆਂ ਸਿਫਤਾਂ ਕਰਨ ਦਾ ਕੀ ਲਾਭ ਹੈ। ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜੋ ਜਗਤ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਆਪ ਹੀ ਸੰਭਾਲ ਕਰਦਾ ਹੈ। ਤਾਂ ਕਿ ਕੀਮਤ ਨਾ ਪਵੈ ਜੇ ਲੋਚੇ ਕੋਈ। ਪਰ ਜੇ ਉਸ ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਉਸ ਵਰਗਾ ਕੋਈ ਹੋਰ ਦੱਸਿਆ ਨਹੀਂ ਜਾ ਸਕਦਾ। ਜੇ ਕੋਈ ਮਨੁੱਖ ਇਹ ਚਾਹੇ ਕਿ ਪਰਮਾਤਮਾ ਦੇ ਗੁਣ ਬਿਆਨ ਕਰਕੇ ਮੈਂ ਉਸ ਦਾ ਮੁੱਲ ਪਾ ਸਕਾਂ, ਇਹ ਹੋ ਨਹੀਂ ਸਕਦਾ। ਪ੍ਰਭੂ ਦਾ ਮੁੱਲ ਪੈ ਨਹੀਂ ਸਕਦਾ। ਕੀਮਤ ਸੋ ਪਾਵੈ ਆਪ ਜਨਾਵੇ, ਆਪ ਅਭੁੱਲ ਨਾ ਭੁੱਲਾਏ। ਜਿਸ ਮਨੁੱਖ ਨੂੰ ਪ੍ਰਭੂ ਆਪ ਸੂਝ ਬਖਸ਼ਦਾ ਹੈ, ਉਹ ਪ੍ਰਭੂ ਦੀ ਕਦਰ ਸਮਝ ਲੈਂਦਾ ਹੈ ਤੇ ਦੱਸਦਾ ਹੈ ਕਿ ਪ੍ਰਭੂ ਅਭੁੱਲ ਹੈ, ਕਦੇ ਭੁੱਲਿਆ ਨਹੀਂ ਜਾ ਸਕਦਾ। ਜੈ ਜੈਕਾਰ ਕਰ ਹੈ ਤੁਧ ਭਾਵੈ, ਗੁਰ ਕੇ ਸ਼ਬਦ ਅਮੁੱਲੈ। ਉਹ ਬੰਦਾ ਇਉਂ ਬੇਨਤੀ ਕਰਦਾ ਏ, ਹੇ ਪ੍ਰਭੂ, ਜਿਹੜੇ ਬੰਦੇ ਤੈਨੂੰ ਪਿਆਰੇ ਲੱਗਦੇ ਨੇ, ਉਹ ਗੁਰੂ ਦੇ ਅਮੋਲਕ ਸ਼ਬਦ ਵਿੱਚ ਜੁੜ ਕੇ ਤੇਰੀ ਸਿਫਤ ਸਲਾਹ ਕਰਦੇ ਨੇ। ਹੀਨੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਭਾਈ। ਮੈਂ ਤੁੱਛ ਹਾਂ, ਮੈਂ ਨੀਵਾਂ ਹਾਂ, ਮੈਂ ਪ੍ਰਭੂ ਦੇ ਦਰ ਤੇ ਬੇਨਤੀ ਕਰਦਾ ਹਾਂ। ਮੈਂ ਉਸ ਸਦਾ ਥਿਰ ਪ੍ਰਭੂ ਦੇ ਪੱਲੇ ਨੂੰ ਨਹੀਂ ਛੱਡਦਾ। ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ। ਹੈ ਨਾਨਕ, ਜਿਹੜਾ ਪ੍ਰਭੂ ਪੈਦਾ ਕਰਕੇ ਸੰਭਾਲ ਕਰਦਾ ਹੈ, ਉਹੀ ਸਿਫਤ ਸਲਾਹ ਕਰਨ ਦੀ